ਰਾਜੇ ਅੱਜ ਆਪਾਂ ਡਿਸਕ੍ਰੀਟ ਮੈਥਮੈਟਿਕਸ ਦੇ ਵਿੱਚ ਫੰਕਸ਼ਨ ਦਾ ਨੈਕਸਟ ਟੌਪਿਕ ਹੈ ਕੰਪੋਜੀਸ਼ਨ ਆਫ ਫੰਕਸ਼ਨ। ਠੀਕ ਹੈ, ਕੰਪੋਜੀਸ਼ਨ ਮਤਲਬ ਕੰਬਾਈਨ ਕਰਨਾ ਫੰਕਸ਼ਨ। ਕੀ ਹੈਗਾ, ਸਭ ਤੋਂ ਪਹਿਲਾਂ ਦੀ ਡੈਫੀਨੇਸ਼ਨ ਦੇਖੋ, ਲੈਟ ਐਫ ਵੀ ਏ ਫੰਕਸ਼ਨ ਹੈ ਫਰੋਮ ਐਕਸ ਟੂ ਵਾਈ। ਇੱਕ ਫੰਕਸ਼ਨ ਐਫ ਦਿੱਤਾ ਹੋਇਆ, ਉਹਦੀ ਮੈਪਿੰਗ ਐਕਸ ਟੂ ਵਾਈ। ਅਨਦਰ ਫੰਕਸ਼ਨ ਹੈ ਜੀ, ਉਹਦੀ ਮੈਪਿੰਗ ਹੈ ਵਾਈ ਟੂ ਜ਼ੈਡ। ਆਪਾਂ ਇਹਦੇ ਥਰੂ ਕਰਦੇ ਹਾਂ, ਜਿਵੇਂ ਐਕਸ ਹੈ, ਐਕਸ ਦੇ ਐਲੀਮੈਂਟ ਲੈ ਲਏ 1 3 5। ਠੀਕ ਹੈ, ਵਾਈ ਕੁਛ ਵੀ ਲੈ ਸਕਦੇ ਹਾਂ ਆਪਾਂ, ਕੀ ਲੈ ਲਿਆ ਜ਼ੈਡ। ਹੁਣ ਆਪਾਂ ਐਫ ਫੰਕਸ਼ਨ ਦੇਖੋ ਐਕਸ ਟੂ ਵਾਈ, ਤਾਂ ਐਕਸ 1 ਦੀ ਇਮੇਜ ਕਿਹਦੇ ਨਾਲ ਹੋਊਗੀ 3 ਦੇ ਨਾਲ, 3 ਦੀ ਇਮੇਜ 9 ਦੇ ਨਾਲ, 5 ਦੀ ਕਿਹਦੇ ਨਾਲ ਹੋਊਗੀ 15 ਦੇ ਨਾਲ। ਅਤੇ ਜੀ ਫੰਕਸ਼ਨ ਦਿੱਤਾ ਹੋਇਆ ਹੈਗਾ, ਜੀ ਫੰਕਸ਼ਨ ਆਪਣੇ ਕੋਲ ਰਜ਼ੇ, ਜੀ ਫੰਕਸ਼ਨ ਆਪਣੇ ਕੋਲ ਵਾਈ ਟੂ ਕੀ ਦਿੱਤਾ ਹੋਇਆ ਹੈਗਾ ਜ਼ੈਡ। ਦੇਖੋ ਆਹ ਇਹਦੀ ਕੀ ਹੈਗੀ, ਆਪਣੇ ਕੋਲ ਕੀ ਆ ਜੂਗੀ ਡੋਮੇਨ ਆ ਗਈ। ਆਹ ਇਹਦੇ ਕੀ ਆਪਣੇ ਕੋਲ ਕੋਡਮੇਨ। ਹੁਣ ਆਹ ਜਿਹੜੀ ਕੋਡਮੇਨ ਹੈਗੀ ਐਫ ਵਾਲੀ, ਉਹ ਹੁਣ ਜੀ ਦੀ ਕੀ ਬਣੀ ਜਾਂਦੀ ਹੈਗੀ, ਇਮੇਜ ਬਣੀ ਜਾਂਦੀ ਹੈਗੀ, ਸੋਰੀ ਡੋਮੇਨ ਬਣੀ ਜਾਂਦੀ ਹੈ। ਅਤੇ ਇਹਨਾਂ ਦੇ ਵਿੱਚ ਮੀਨਸ ਜਿਹੜੀ ਕੋਡਮੇਨ ਹੈ ਉਹ ਸਾਂਝੀ ਆ ਰਹੀ ਹੈਗੀ ਦੋਹਾਂ ਦੇ ਵਿੱਚ, ਦੋਹਾਂ ਫੰਕਸ਼ਨ ਦੇ ਵਿੱਚ। ਤਾਂ ਆਪਾਂ ਇਹਨੂੰ ਲਿਖਾਂਗੇ ਕਿਵੇਂ, ਜਿਵੇਂ ਲੈਟ ਐਫ ਵੀ ਏ ਫੰਕਸ਼ਨ ਫਰੋਮ ਐਕਸ ਟੂ ਵਾਈ, ਜੀ ਫੰਕਸ਼ਨ ਹੈਗਾ ਵਾਈ ਟੂ ਜ਼ੈਡ ਸੱਚ ਦੈਟ। ਹੁਣ ਦੇਖੋ ਐਫ ਫੰਕਸ਼ਨ 1 ਦੀ 3 ਨਾਲ ਲਿਖ ਲਿਆ, ਫਿਰ 3 ਦਾ 9 ਨਾਲ, 5 ਦਾ 15, ਉਵੇਂ ਜੀ ਲਿਖ ਲਓ। ਹੁਣ ਇਹ ਦੋ ਟਾਈਪ ਦਿੰਦੇ ਆ, ਇੱਕ ਤਾਂ ਕਰਦੇ ਹੁੰਦੇ ਆਪਾਂ ਫੋਗ ਐਫ ਆਫ ਜੀ, ਇੱਕ ਕਰਦੇ ਹਾਂ ਜੀ ਆਫ ਗੋ। ਠੀਕ ਹੈ, ਤਾਂ ਦੇਖੋ 1 ਦਾ 3 ਨਾਲ, ਇੱਧਰੋਂ 3 ਦਾ 2 ਨਾਲ, 3 ਕੈਂਸਲ ਹੋ ਜੂ, 1 2 ਆ ਗਿਆ, 3 ਦਾ 9 ਨਾਲ, 9 ਦਾ 8 ਨਾਲ, 9 ਕੈਂਸਲ ਹੋ ਗਿਆ, 3 'ਤੇ ਕੀ ਆ ਗਿਆ 8 ਆ ਗਿਆ, 5 'ਤੇ 15, ਇੱਥੋਂ ਕੀ ਹੈ 15 ਦਾ ਕਿਹਦੇ ਨਾਲ ਹੈ 14, 15 ਕੈਂਸਲ ਹੋ ਗਿਆ, 5 'ਤੇ ਕੀ ਆ ਗਿਆ 14। ਇਸ ਤਰ੍ਹਾਂ ਆਪਾਂ ਫਾਈਂਡ ਕਰਦੇ। ਇਹਦੀ ਪ੍ਰੋਪਰ ਡੈਫੀਨੇਸ਼ਨ ਆ ਦਿੱਤੀ ਹੋਈ ਹੈ ਰਾਜੇ, ਲੈਟ ਐਫ ਵੀ ਇਹ ਫੰਕਸ਼ਨ ਹੈ ਵਿਦ ਡੋਮੇਨ ਐਕਸ ਹੈ ਐਂਡ ਰੇਂਜ ਦਿੱਤੀ ਹੋਈ, ਰੇਂਜ ਆ ਕੋਡਮੇਨ ਕਹਿ ਸਕਦੇ ਹਾਂ ਇਨ ਵਾਈ ਦੇ ਵਿੱਚ। ਐਂਡ ਲੈਟ ਕੀ ਦਿੱਤਾ ਹੋਇਆ ਹੈਗਾ, ਅਨਦਰ ਫੰਕਸ਼ਨ ਹੈ ਜੀ ਆਪਣੇ ਕੋਲ ਵਿਦ ਡੋਮੇਨ, ਉਹਦੀ ਵਾਈ ਹੈ, ਰੇਂਜ ਕਿਹਦੇ ਵਿੱਚ ਹੈ ਜ਼ੈਡ ਦੇ ਵਿੱਚ ਹੈਗੀ। ਠੀਕ ਹੈ, ਦੈਨ ਦੀ ਫੰਕਸ਼ਨ ਵਿਦ ਡੋਮੇਨ ਐਕਸ ਐਂਡ ਰੇਂਜ ਕੀ ਦਿੱਤੀ ਹੋਈ ਹੈ ਆਪਣੇ ਕੋਲ ਜ਼ੈਡ, ਵਿੱਚ ਮੈਪਿੰਗ ਐਨ ਐਲੀਮੈਂਟ ਐਕਸ ਬਿਲੋਂਗ ਕਰਦਾ ਐਕਸ ਨੂੰ ਇਨਟੂ ਜੀ ਐਫ ਆਫ ਐਕਸ ਇਜ਼ ਕਾਲਡ ਕੰਪੋਜਿਟ ਆਫ ਫੰਕਸ਼ਨ ਆ ਗਿਆ, ਇਹਨੂੰ ਜੀ ਆਫ ਐਫ ਲਿਖਿਆ ਹੋਇਆ। ਇਹਦੀਆਂ ਕੁਛ ਪ੍ਰੋਪਰਟੀਜ਼ ਨੇ। ਐਸੋਲੇਟਿਵ ਲਾ, ਐਸੋਲੇਟਿਵ ਲਾ ਦੇ ਲਈ ਆਪਾਂ ਨੂੰ ਪਤਾ ਵੀ 3 ਫੰਕਸ਼ਨ ਹੋਣਗੇ, ਇੱਕ ਐਫ ਹੋ ਗਿਆ, ਇੱਕ ਜੀ ਹੋ ਗਿਆ, ਇਹਨੂੰ ਇਸ ਤਰ੍ਹਾਂ ਲਿਖ ਸਕਦੇ ਆਪਾਂ। ਫਿਰ ਆ ਗਿਆ ਡਿਸਟਰੀਬਿਊਟਿਵ ਲਾ, ਇਹ ਤਾਂ ਤੁਸੀਂ ਪਹਿਲਾਂ ਪੜ੍ਹ ਹੀ ਚੁੱਕੇ ਹੋਵੋਗੇ। ਠੀਕ ਹੈ, ਫਿਰ ਸਕੇਲਰ ਮਲਟੀਪਲੀਕੇਸ਼ਨ ਆ ਗਿਆ, ਨਾਨ ਕੰਪਿਊਟੇਟਿਵ। ਫਿਰ ਇਕੁਇਵਲੈਂਟ ਆਫ ਮੈਪਿੰਗ ਕਦੋਂ ਹੋਣੀ ਹੈ ਰਾਜੇ, ਦੋ ਮੈਪਿੰਗ, ਇੱਕ ਐਫ ਹੈ ਇੱਕ ਜੀ ਦਿੱਤੀ ਹੋਈ ਆ, ਆਰ ਇਕੁਅਲ ਹੋਣਗੀਆਂ ਜਦੋਂ ਉਹਨਾਂ ਦੀਆਂ ਡੋਮੇਨ ਦੋਹਾਂ ਦੀ ਇਕੁਅਲ ਹੋਊਗੀ ਅਤੇ ਫੰਕਸ਼ਨ ਉਹਨਾਂ ਦੇ ਵਿੱਚ ਉਹਨਾਂ ਦੀ ਕਾਮਨ ਕੀ ਹੋਊਗੀ ਡੋਮੇਨ ਹੋਊ ਦੋਹਾਂ ਦੀ, ਮੀਨਜ਼ ਫੰਕਸ਼ਨ ਇਕੁਅਲ ਆ ਗਏ। ਹੁਣ ਰਾਜੇ ਦਿੱਤਾ ਹੋਇਆ ਸ਼ੋ ਦੈਟ ਕੰਪੋਜੀਸ਼ਨ ਆਫ ਮੈਪਿੰਗ ਇਜ਼ ਐਸੋਏਟਿਵ, ਸ਼ੋ ਕਰਨਾ ਉਹਦੇ ਲਈ 3 ਮੈਪਿੰਗ, ਇੱਕ ਐਫ ਲੈ ਲਈ, ਜੀ ਲੈ ਲਈ ਅਤੇ ਐਚ ਲੈ ਲਈ। ਤਾਂ ਦੈਨ ਐਚ ਆਫ ਜੀ ਆਫ ਐਫ, ਇਹਦੇ ਲਈ ਕੀ ਕਰਾਂਗੇ ਆਪਾਂ, ਇਹਨਾਂ ਦੀ ਡੋਮੇਨ ਇੱਕੋ ਲੈ ਕੇ ਚੱਲ ਪਏ। ਲੈਟ ਕਰ ਲਿਆ, ਕਹਿੰਦੇ ਐਕਸ ਐਲੀਮੈਂਟ ਇਹਨੂੰ ਬਿਲੋਂਗ ਕਰਦਾ ਆਹ ਵਾਲੀ ਜੀ ਨੂੰ, ਤਾਂ ਇਹਨੂੰ ਲਿਖ ਕਿਸ ਤਰ੍ਹਾਂ ਸਕਦੇ ਹਾਂ ਐਚ ਆਫ, ਆਹ ਤਾਂ ਇਕੱਠਾ ਫੰਕਸ਼ਨ ਹੈਗਾ, ਆਹ ਹਟਾਉਣਾ, ਇਹਦੇ ਲਈ ਹਟਾ ਕੇ ਬਰੈਕਟ ਲੱਗ ਗਈ। ਫਿਰ ਹੁਣ ਆਹ ਚੀਜ਼ ਹਟਾਉਣੀ ਹੈ, ਇਹਦੇ ਹਟਾ ਕੇ ਕੀ ਆਹ ਵਾਲੀ ਬਰੈਕਟ ਲੱਗ ਗਈ। ਠੀਕ ਹੈ, ਫਿਰ ਸਿਮਿਲਰ ਆਹ ਵਾਲੇ ਫੰਕਸ਼ਨ ਨੂੰ ਸੋਲਵ ਕਰਾਂਗੇ। ਪਹਿਲਾਂ ਕੀ ਕਰਾਂਗੇ ਆਪਾਂ, ਇਹਨੂੰ ਹਟਾ ਕੇ ਆਹ ਲੱਗ ਜੂਗੀ ਬਰੈਕਟ, ਇਹਨੂੰ ਹਟਾਤਾ। ਠੀਕ ਹੈ, ਫਿਰ ਆਪਾਂ ਇਹਨੂੰ ਹਟਾ ਦਾਂਗੇ, ਆਹ ਚੀਜ਼ ਬਣੀ, ਦੋਹੇ ਕੀ ਆ ਗਏ ਇਕੁਅਲ ਆ ਗਏ, ਮੀਨਜ਼ ਇਹਨਾਂ ਦੀਆਂ ਡੋਮੇਨ ਕੀ ਆ ਰਹੀਆਂ ਆਪਣੇ ਕੋਲ ਇਕੁਅਲ ਆ ਗਈਆਂ, ਤਾਂ ਫੰਕਸ਼ਨ ਇਜ਼ ਕੀ ਹੋ ਗਿਆ ਕੰਪੋਜੀਸ਼ਨ ਫੰਕਸ਼ਨ ਇਜ਼ ਐਸੋਏਟਿਵ ਸ਼ੋ ਹੋ ਗਿਆ। ਆਹ ਸਮਝ ਤੁਸੀਂ ਖੁਦ ਵੀ ਟਰਾਈ ਕਰ ਸਕਦੇ ਹੋ। ਠੀਕ ਹੈ, ਇੰਨਾ ਔਖਾ ਹੈ ਨਹੀਂ, ਇੰਪੋਰਟੈਂਟ ਪਾਰਟ ਮੈਂ ਤੁਹਾਨੂੰ ਕਰਾ ਰਹੀ ਹੈਗੀ। ਇੱਕ ਹੈ ਰਾਜੇ ਇਨਵਰਟੀਬਲ ਫੰਕਸ਼ਨ। ਇਨਵਰਟੀਬਲ ਫੰਕਸ਼ਨ ਕੀ ਹੁੰਦਾ, ਇਹ ਫੰਕਸ਼ਨ ਐਫ ਡਿਫਾਈਨਡ ਫਰੋਮ ਐਕਸ ਟੂ ਵਾਈ ਇਜ਼ ਸੈਡ ਟੂ ਬੀ ਇਨਵਰਟੀਬਲ ਇਫ ਦੇਅਰ ਐਗਜ਼ਿਸਟਿਵ ਫੰਕਸ਼ਨ ਐਗਜ਼ਿਸਟ ਕਰੂਗਾ ਫਰੋਮ ਵਾਈ ਟੂ ਐਕਸ ਸੱਚ ਦੈਟ ਜੀ ਆਫ ਐਫ ਕਿਹਦੇ ਇਕੁਅਲ ਆ ਆਈਡੈਂਟਿਟੀ ਦੇ, ਐਫ ਆਫ ਐਕਸ ਵੀ ਕੀ ਹੋਊਗੀ ਆਈਡੈਂਟਿਟੀ ਦੇ ਇਕੁਅਲ ਹੋਊਗੀ। ਇਹਦੇ ਲਈ ਆਹ ਐਗਜ਼ਾਮਪਲ ਕਰ ਸਕਦੇ ਹਾਂ, ਫੰਕਸ਼ਨ ਦਿੱਤਾ ਹੋਇਆ ਐਕਸ ਟੂ ਵਾਈ, ਆਹ ਚੀਜ਼ ਆਪਾਂ ਪ੍ਰੂਵ ਕਰਨੀ ਹੈ। ਲੈਟ ਐਕਸ ਬਿਲੋਂਗ ਐਨੀ ਐਲੀਮੈਂਟ ਐਕਸ ਨੂੰ ਬਿਲੋਂਗ ਕਰਦਾ, ਉਹਨੂੰ ਇਸ ਤਰ੍ਹਾਂ ਆਪਾਂ ਲਿਖ ਸਕਦੇ ਹਾਂਗੇ। ਆਈਡੈਂਟਿਟੀ ਮੈਪਿੰਗ ਵਾਈ ਟੂ ਵਾਈ ਦੀ ਲੈ ਲਈ, ਤਾਂ ਇਹਦੇ ਵਿੱਚ ਦੇਖੋ ਜਦੋਂ ਆਪਾਂ ਪ੍ਰੂਵ ਕੀਤਾ ਇਹਦੇ ਐਫ ਦੇ ਇਕੁਅਲ ਆ ਗਿਆ, ਸਿਮਿਲਰ ਅਗਲਾ ਫੰਕਸ਼ਨ ਕਿਹਦੇ ਇਕੁਅਲ ਆ ਗਿਆ ਐਫ ਦੇ, ਮੀਨਜ਼ ਆਹ ਦੋਵੇਂ ਇਕੁਅਲ ਆ ਰਹੇ ਹੈਗੇ, ਤਾਂ ਇਨਵਰਟੀਬਲ ਫੰਕਸ਼ਨ ਸ਼ੋ ਹੋ ਗਿਆ। ਨੈਕਸਟ ਹੈ ਰਾਜੇ ਜਿਹੜਾ ਇਹਦੇ ਵਿੱਚ ਇੰਪੋਰਟੈਂਟ ਪਾਰਟ ਹੈ, ਦੇਖੋ ਕੀ ਦਿੱਤਾ ਹੋਇਆ, ਲੈਟ ਏ ਦੇ ਐਲੀਮੈਂਟ ਦਿੱਤਾ ਹੋਇਆ, ਇੱਕ ਸੈਟ ਐਫ ਫੰਕਸ਼ਨ ਹੈ ਏ ਟੂ ਏ, ਜੀ ਫੰਕਸ਼ਨ ਹੈ ਏ ਟੂ ਏ ਦਿੱਤੀ ਹੋਈ ਹੈ। ਆਹ ਆਪਾਂ ਨੂੰ ਵੈਲੂ ਗਿਵਨ ਹੈਗੀਆਂ, ਫਾਈਂਡ ਕੀ ਕਰਨਾ ਜੀ ਆਫ ਐਫ ਅਤੇ ਐਫ ਆਫ ਜੀ। ਪਹਿਲਾਂ ਆਪਾਂ ਐਫ ਆਫ ਜੀ ਕਰ ਰਹੇ ਹਾਂ, ਇਕੱਲਾ ਇਕੱਲਾ ਐਲੀਮੈਂਟ ਲੈ ਲਓ, 1 ਲੈ ਲਿਆ ਆਪਾਂ, ਤਾਂ ਆਹ ਬਰੈਕਟ ਹਟਾਈ, ਜੀ ਆਫ 1, ਜੀ ਆਫ 1 ਦੀ ਵੈਲੂ 4 ਹੈ, ਤਾਂ ਐਫ 4 ਦੀ ਵੈਲੂ ਕਿੰਨੀ ਆ ਰਹੀ ਹੈ ਜੈਸੇ 1 1 ਆ ਗਿਆ। ਜੀ ਆਫ ਐਫ ਆਫ ਜੀ 2 ਦਿੱਤਾ ਹੋਇਆ ਐਲੀਮੈਂਟ 2 ਲੈ ਲਾ, ਆਹ ਬਰੈਕਟ ਹਟਾਈ,
ਤਾਂ ਜੀ ਆਫ ਕੀ ਬਣ ਗਿਆ 2, G2 ਦੀ ਵੈਲਿਊ 1 ਹੈ ਤਾਂ f of 1 ਦੀ ਵੈਲਿਊ ਤੁਸੀਂ ਚੈੱਕ ਕਰ ਸਕਦੇ ਹੋ 3। ਇਸ ਤਰ੍ਹਾਂ ਇਹਨੂੰ ਪੂਰੇ ਨੂੰ ਸੋਲਵ ਕਰੋ। ਠੀਕ ਹੈ, ਕਰਕੇ ਦੇਖੋ ਰਾਜੇ, ਜੋ ਵੀ ਪ੍ਰੋਬਲਮ ਆਉਂਦੀ ਹੈ ਮੈਨੂੰ ਪਲੀਜ਼ ਪੁੱਛ ਲਿਓ। ਠੀਕ ਹੈ, ਨੈਕਸਟ ਮੈਂ ਦਿੱਤਾ ਹੋਇਆ ਆਪਣੇ ਕੋਲੇ ਟੋਪਿਕ ਇਫ ਐਫ ਦਿੱਤਾ ਹੋਇਆ ਜੀ ਆਰ ਟੂ ਆਰ ਡਿਫਾਈਨਡ ਰਿਸਪੈਕਟਿਵਲ ਐਫ ਫੰਕਸ਼ਨ ਹੈ, ਜੀ ਫੰਕਸ਼ਨ ਹੈ। ਫਾਈਂਡ ਕੀ ਕਰਨਾ, ਐਫ ਆਫ ਜੀ, ਜੀ ਆਫ ਐਫ, ਆਹ ਸਾਰਾ ਕੁਛ ਆਪਾਂ ਫਾਈਂਡ ਕਰਨਾ ਹੈਗਾ। ਸਭ ਤੋਂ ਪਹਿਲਾਂ ਦੇਖੋ ਐਫ ਆਫ ਜੀ ਐਕਸ ਲੈ ਲਿਆ ਆਪਾਂ, ਹੁਣ ਕੀ ਆ ਆਹ ਬਰੈਕਟ ਹਟਾਇਆ ਤਾਂ ਇੱਥੇ ਬਰੈਕਟ ਲੱਗ ਗਈ, ਐਫ ਜੀ ਆਫ ਐਕਸ ਆ ਗਈ। ਹੁਣ ਜੀ ਐਕਸ ਦਾ ਫੰਕਸ਼ਨ ਕੀ ਦਿੱਤਾ ਹੋਇਆ 2x - 3। ਹੁਣ ਐਫ ਇਹ ਐਕਸ ਦੇ ਲਈ ਵੈਲਿਊ ਹੈ, ਜਿੱਥੇ ਐਕਸ ਉਹਦੀ ਆ ਜਗ੍ਹਾ ਆਹ ਆ ਗਈ, ਐਕਸ ਦੀ ਜਗ੍ਹਾ ਆਹ ਵਾਲੀ ਵੈਲਿਊ ਭਰੀ ਜਾਵਾਂਗੇ, ਇਹਨੂੰ ਸਿੰਪਲੀਫਾਈ ਕਰ ਲਾਂਗੇ ਤਾਂ ਰਿਜ਼ਲਟ ਬਣ ਜਾਊ ਆਪਣੇ ਕੋਲ। ਫਿਰ ਕੀ ਫਾਈਂਡ ਕਰਨਾ ਅਸੀਂ ਆਪਾਂ, ਜੀ ਆਫ ਐਫ। ਦੇਖੋ ਜੀ ਐਫ ਆਫ ਐਕਸ ਆ ਗਈ, ਐਫ ਆਫ ਐਕਸ, ਹੁਣ ਜੀ ਆ ਗਿਆ ਅੱਗੇ ਨਾ, ਜੀ ਦੇ ਲਈ ਆਪਣੇ ਕੋਲ ਫੰਕਸ਼ਨ ਕੀ ਸੀਗਾ, ਆ ਗਿਵਨ ਹੈਗਾ ਅਸੀਂ 2x - 3। ਇੱਥੇ ਆਪਾਂ ਵੈਲਿਊ ਪੁੱਟ ਕਰ ਦਾਂਗੇ, ਫਿਰ ਅੱਗੇ ਆਪਣੇ ਕੋਲ ਕੀ ਆ ਜੋ ਇਹਨੂੰ ਸੋਲਵ ਕਰਕੇ ਆਂਸਰ ਇਸ ਤਰ੍ਹਾਂ ਕਰਨੀ ਹੈ। ਵੈਰੀ ਇੰਪੋਰਟੈਂਟ ਅਗਲਾ ਨੈਕਸਟ ਪਾਰਟ ਹੈਗਾ, ਇਹਨੂੰ ਖੁਦ ਟਰਾਈ ਕਰਕੇ ਦੇਖੋ, ਜੋ ਵੀ ਪ੍ਰੋਬਲਮ ਆਉਂਦੀ ਹੈ ਪਲੀਜ਼ ਟੈਲ ਮੀ। ਓਕੇ।